ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਨ ਪ੍ਰਭ ਮੇਰੇ, ਦੇਹ ਨਾਮ ਕਰ ਆਪਣਾ ਚੇਰੇ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਉ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੋ ਬਦਰੋ ਸੁਣੈ, ਕਿਉ ਕਾਲ ਕਿਰਪਾ ਕਰਾਏ। ਅੰਧ ਲਖੋ ਬਦਰੋ ਸੁਣੈ, ਜਿਉ ਕਾਲ ਕਿਰਪਾ ਕਰਾਏ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਪੰਚ ਪਦਾ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਪਾਨਾਨ ਪਾਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਜਿੱਥੇ ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਇ। ਪਾਵਨ ਪਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। ਆਪ ਜੀ ਪਾਵਨ ਪਿੱਤਰ ਗੁਰਬਾਣੀ ਨੂੰ ਸਰਵਣ ਕਰ ਰਹੇ ਸੀ। ਸੋ ਇੱਥੋਂ ਦੀ ਮਰਿਆਦਾ ਦੇ ਅਨੁਸਾਰ ਪਾਵਨ ਪਿੱਤਰ ਗੁਰਬਾਣੀ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ ਸੰਗਤ ਰੂਪ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹੋ। ਜੋ ਪਾਵਨ ਪਿੱਤਰ ਸ੍ਰੀ ਮੁਖਵਾਕਾਂ ਦੀ ਕਥਾ ਆਰੰਭ ਹੈ, ਉਸ ਪਾਵਨ ਪਿੱਤਰ ਵਿਚਾਰ ਨੂੰ ਸਰਵਣ ਕਰਨ ਦੇ ਵਾਸਤੇ ਗੁਰੂ ਦੀ ਗੋਦ ਅੰਦਰ ਬੈਠਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੰਗਤ ਅੰਦਰ ਬੈਠਣ ਦਾ ਯਤਨ ਕਰੀਏ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ ਔਗਣ ਧੋਵੈ। ਸੰਗਤ ਵਿੱਚ ਆ ਕਰਕੇ ਵਿਅਕਤੀ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ, ਔਗੁਣਾਂ ਦਾ ਤਿਆਗ ਕਰ ਦਿੰਦਾ ਹੈ। ਬੜੀ ਮਹਾਨਤਾ ਸਤਿਗੁਰਾਂ ਨੇ ਗੁਰਬਾਣੀ ਅੰਦਰ ਸਤ ਸੰਗਤ ਦੀ ਦਰਸਾਉਣਾ ਕੀਤੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ ਉਪਦੇਸ਼ ਗੁਰ ਅਰਜਨ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਸ੍ਰੀ ਮੁਖਵਾਕ ਦੇ ਰਾਹੀਂ ਸਾਨੂੰ ਬਖਸ਼ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਪੰਚ ਪਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਸ਼ਬਦ ਨੂੰ ਸੋਠ ਰਾਗਨੀ ਦੇ ਅੰਦਰ ਉਚਾਰਨ ਕਰਨਾ ਕੀਤਾ। ਇਹ ਪਾਵਨ ਪਿੱਤਰ ਸ਼ਬਦ 616 ਅੰਗ ਤੇ ਸਤਿਗੁਰਾਂ ਦੇ ਸੁਭਾਈਮਾਨ ਹੈ। ਸੋਰਠ ਮਹੱਲਾ ਪੰਜਵਾ।
ਉਚਾਰਨ ਕਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਜ ਪਦਾ ਤੋਂ ਭਾਵ ਕੇ ਪੰਜ ਪਦਿਆਂ ਵਾਲਾ ਇਹ ਸ਼ਬਦ ਸਤਿਗੁਰਾਂ ਨੇ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇਣ ਦੇ ਵਾਸਤੇ ਉਚਾਰਨ ਕਰਨਾ ਕੀਤਾ ਹੈ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇਣ ਦੇ ਵਾਸਤੇ ਇਹ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਬਿਨਸੈ ਮੋਹ ਮੇਰਾ ਅਰ ਤੇਰਾ। ਮਹਾਰਾਜ ਜੀ ਕਹਿੰਦੇ ਮੋਹ ਦਾ ਨਾਸ਼ ਕਿਵੇਂ ਹੋਵੇਗਾ? ਸੰਸਾਰ ਦੇ ਜੀਵਾਂ ਆਪਾਂ ਮੋਹ ਦੇ ਵਿੱਚ ਫਸੇ ਹੋਏ ਆ। ਮਹਾਰਾਜ ਜੀ ਬਚਨ ਕਰਦੇ ਨੇ ਰਹਿਰਾਸ ਸਾਹਿਬ ਦੇ ਅੰਦਰ, ਤਿਤ ਸਰਵਰ ਡੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਜਿੰਨੇ ਵੀ ਜੀਵ ਨੇ ਮੋਹ ਦੇ ਚਿੱਕੜ ਦੇ ਵਿੱਚ ਡੁੱਬ ਰਹੇ ਨੇ, ਕਿਉਂਕਿ ਸੰਸਾਰ ਦੇ ਜੀਵਾਂ ਨੂੰ ਪਰਿਵਾਰ ਦਾ ਮੋਹ ਹੈ, ਮਾਇਆ ਦਾ ਮੋਹ ਹੈ। ਭਾਵ ਕਿ ਜਿੰਨੀ ਸੰਸਾਰ ਦੀ ਮਾਇਆ ਹੈ, ਜੜ ਹੈ, ਚੇਤਨ ਹੈ, ਸਾਰੀ ਮਾਇਆ ਦਾ ਸੰਸਾਰ ਦੇ ਜੀਵਾਂ ਨੂੰ ਬਹੁਤਾ ਮੋਹ ਲੱਗਾ ਹੈ। ਤੇ ਮਹਾਰਾਜ ਜੀ ਕਹਿੰਦੇ ਬਿਨਸੈ ਮੋਹ ਮੇਰਾ ਅਰ ਤੇਰਾ। ਜਿਸ ਵਸਤੂ ਦੇ ਨਾਲ ਸੰਸਾਰ ਦੇ ਜੀਵ ਦਾ ਮੋਹ ਹੁੰਦਾ ਹੈ ਨਾ, ਤੇ ਉਸ ਵਸਤੂ ਨੂੰ ਸੰਸਾਰ ਦਾ ਜੀਵ ਕਹਿੰਦਾ ਇਹ ਮੇਰੀ ਹੈ, ਇਹ ਘਰ ਮੇਰਾ ਹੈ, ਇਹ ਮਾਇਆ ਮੇਰੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੇ ਸਕੇ ਸੰਬੰਧੀ ਨੇ। ਤੇ ਮਹਾਰਾਜ ਜੀ ਕਹਿੰਦੇ ਅਰ ਤੇਰਾ। ਮਹਾਰਾਜ ਜੀ ਕਹਿੰਦੇ ਜਦੋਂ ਬਿਨਸੈ ਮੋਹ ਮੇਰਾ ਅਰ ਤੇਰਾ, ਭਾਵ ਕਿ ਸੰਸਾਰ ਦੇ ਜੀਵ ਦਾ ਮੋਹ ਬਿਨਸ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਸੰਸਾਰ ਦੇ ਜੀਵ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਭਗਤ ਸਾਹਿਬਾਨ ਬਚਨ ਕਰਦੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੀ ਕਿਆ ਲਾਗੈ ਮੇਰਾ। ਐਸੀ ਅਵਸਥਾ ਮਹਾਰਾਜ ਜੀ ਕਹਿੰਦੇ ਆਪਣਤਪਣੇ ਨੂੰ ਛੱਡ ਕਰਕੇ ਤੇਰੇ ਦੀ ਅਵਸਥਾ, ਭਾਵ ਕਿ ਇਹ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਵਿੱਚ ਜੋ ਵੀ ਬਣਤਰ, ਜੋ ਵੀ ਸੰਸਾਰ ਦੇ ਜੀਵਾਂ ਦੇ ਉੱਪਰ ਕਿਰਪਾ ਰੂਪੀ ਆਪ ਜੀ ਨੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣੀਆਂ ਕੀਤੀਆਂ, ਇਹ ਤੇਰੀਆਂ ਨੇ। ਇਹ ਤੇਰਾ ਆਪਣਾ ਮਹਾਰਾਜ ਜੀ ਕਹਿੰਦੇ ਕਦੋਂ ਪ੍ਰਾਪਤ ਹੁੰਦਾ? ਜਦੋਂ ਮੋਹ ਨਾਸ਼ ਹੋ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਭਾਵ ਕਿ ਮਹਾਰਾਜ ਜੀ ਕਹਿੰਦੇ ਸੰਸਾਰ ਦਾ ਜੀਵ ਕਹਿੰਦਾ ਜੋ ਕੋਈ ਸੰਸਾਰ ਦਾ ਕਰ ਰਿਹਾ ਮੈਂ ਕਰ ਰਿਹਾ। ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਨੇ ਐਸੀ ਦਵਾਈ ਸੰਸਾਰ ਦੇ ਜੀਵਾਂ ਨੂੰ ਬਖਸ਼ ਕਰਨਾ ਕੀਤੀ। ਮਹਾਰਾਜ ਜੀ ਕਹਿੰਦੇ ਉਹ ਮੋਹ ਦੀ ਦਵਾਈ ਗੁਰੂ ਦੇ ਦੁਆਰਾ ਸੰਸਾਰ ਦੇ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ। ਸੰਤ ਹੋ ਇਹਾ ਬਤਾਵਹੁ ਕਾਰੀ। ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਕਿ ਹਾਂ ਹੇ ਮਹਾਤਮ ਜਨੋ, ਹੇ ਰੱਬ ਦੇ ਪਿਆਰਿਓ, ਹੇ ਸੰਤੋ, ਇਹਾ ਬਤਾਵੋ ਕਾਰੀ, ਐਸੀ ਔਖਦ ਦੇਹੋ, ਐਸੀ ਦਵਾਈ ਦਿਓ ਜਿਹਦੇ ਕਰਕੇ ਮੋਹ ਦਾ ਨਾਸ਼ ਹੋ ਜਾਵੇ। ਤੇ ਮਹਾਰਾਜ ਜੀ ਕਹਿੰਦੇ ਸੰਤ ਹੋ ਇਹਾ ਬਤਾਵੋ ਕਾਰੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹੀ ਐਸੀ ਦਵਾਈ ਦੇਣਾ ਕਰੋ ਜਿਹਦੇ ਕਰਕੇ ਮੋਹ ਦਾ ਨਾਸ਼ ਹੋ ਜਾਵੇ। ਜੇਕਰ ਦੇਖਿਆ ਜਾਵੇ ਤਾਂ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਸੰਸਾਰ ਦੇ ਜੀਵ ਨੂੰ ਬਹੁਤ ਵੱਡਾ ਮੋਹ ਹੁੰਦਾ ਹੈ ਸਰੀਰ ਦਾ, ਕਿ ਮੇਰੇ ਸਰੀਰ ਦੇ ਉੱਪਰ ਐਡਾ ਫੱਪਣ ਹੈ, ਮੇਰਾ ਸਰੀਰ ਇੰਨਾ ਉੱਚਾ ਤੇ ਲੰਮਾ ਹੈ। ਸਭ ਤੋਂ ਪਹਿਲਾਂ ਸੰਸਾਰ ਦੇ ਜੀਵ ਨੂੰ ਮੋਹ ਹੁੰਦਾ ਹੈ ਇਸ ਸਰੀਰ ਦਾ। ਆਪਾਂ ਬਚਨ ਕਰਦੇ ਹਾਂ ਕਿ ਪੰਜ ਵਿਕਾਰ ਤੰਗ ਕਰਦੇ ਨੇ। ਸਭ ਤੋਂ ਪਹਿਲਾਂ ਕਾਮ ਆਉਂਦਾ ਹੈ, ਫਿਰ ਕ੍ਰੋਧ ਆਉਂਦਾ ਹੈ, ਫਿਰ ਲੋਭ ਆਉਂਦਾ ਹੈ, ਫਿਰ ਮੋਹ ਹੁੰਦਾ ਹੈ, ਫਿਰ ਹੰਕਾਰ ਹੁੰਦਾ ਹੈ। ਭਾਵ ਕਿ ਜਿਹੜਾ ਕਾਮ ਤੋਂ ਬਚ ਗਿਆ ਉਹਨੂੰ ਕ੍ਰੋਧ ਨੇ ਖਾ ਲੈਣਾ ਕੀਤਾ, ਜਿਹੜਾ ਕ੍ਰੋਧ ਤੋਂ ਬਚ ਗਿਆ ਉਹਨੂੰ ਲੋਭ ਨੇ ਖਾ ਲਿਆ, ਜਿਹੜਾ ਲੋਭ ਤੋਂ ਬਚ ਗਿਆ ਉਹਨੂੰ ਮੋਹ ਨੇ ਖਾ ਲਿਆ। ਤੇ ਜਦੋਂ ਜਿਸ ਵਸਤੂ ਦੇ ਨਾਲ ਮੋਹ ਪੈਦਾ ਹੋ ਜਾਵੇ ਤੇ ਬੰਦਾ ਕਹਿਣ ਲੱਗ ਜਾਂਦਾ ਹੈ ਕਿ ਇਹ ਵਸਤੂ ਮੇਰੀ ਹੈ, ਉਸ ਮੋਹ ਦੇ ਕਰਕੇ ਫਿਰ ਹੰਕਾਰ ਪੈਦਾ ਹੋ ਜਾਂਦਾ ਹੈ, ਕਿਉਂਕਿ ਉਸ ਵਸਤੂ ਦੇ ਉੱਪਰ ਵਿਅਕਤੀ ਹੱਕ ਜਤਾਉਣਾ ਸ਼ੁਰੂ ਕਰ ਦਿੰਦਾ ਹੈ।
ਭਾਵ ਕਿ ਜਿਹੜਾ ਮੋਹ ਤੋਂ ਵੀ ਵੱਧ ਗਿਆ, ਉਹਨੂੰ ਹੰਕਾਰ ਨੇ ਜ਼ਰੂਰ ਨਾ ਜ਼ਰੂਰ ਡਸ ਲੈਣਾ ਕੀਤਾ, ਹੰਕਾਰ ਨੇ ਉਹਨੂੰ ਖਾ ਲੈਣਾ ਕੀਤਾ। ਤੇ ਜਿਹੜੇ ਹੰਕਾਰ ਤੋਂ ਵੱਧ ਗਏ, ਜਿਨ੍ਹਾਂ ਨੇ ਪੰਜੇ ਵਿਕਾਰਾਂ ਨੂੰ ਤਿਆਗ ਦੇਣਾ ਕੀਤਾ, ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਥਾਂ ਦੇਣੀ ਕੀਤੀ ਆਪਣੇ ਅੰਦਰ। ਭਾਵ ਕਿ ਸਭ ਤੋਂ ਪਹਿਲਾਂ ਸੰਸਾਰ ਦੇ ਜੀਵ ਨੂੰ ਮੋਹ ਹੈ ਸਰੀਰ ਦਾ। ਬਾਬਾ ਕਬੀਰ ਸਾਹਿਬ ਬਚਨ ਕਰਦੇ ਨੇ, ਕਬੀਰ ਗਰਭ ਨਾ ਕੀਜੀਐ, ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਧਰ, ਤੇ ਧਰਨੀ ਗਾੜ। ਕਿ ਬੰਦੇ ਨੂੰ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਮੋਹ ਹੈ ਕਿ ਇੰਨਾ ਸੋਹਣਾ ਸਰੀਰ ਰੱਬ ਨੇ ਮੈਨੂੰ ਦਿੱਤਾ, ਪਰ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਨਾ ਇੱਕ ਦਿਨ ਸਰੀਰ ਨੇ ਨਾਸ ਹੋ ਜਾਣਾ। ਇੰਨਾ ਸਰੀਰ ਦਾ ਮੋਹ ਸੀ, ਤੇ ਜਿਹਦੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਗਰਭ ਨਾ ਕੀਜੀਏ, ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਧਰ, ਤੇ ਧਰਨੀ ਗਾੜ। ਕਿ ਕਾਹਦਾ ਹੰਕਾਰ ਕਰਦਾ, ਸਰੀਰ ਦੇ ਮੋਹ ਦੇ ਵਸ ਵਿੱਚ ਹੋਇਆ ਕਰਕੇ ਸਰੀਰ ਦਾ ਹੰਕਾਰ ਕਰਦਾ ਹੈ, ਮਾਇਆ ਦਾ ਹੰਕਾਰ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਕਹਿੰਦੇ, ਵੱਡੇ ਵੱਡੇ ਰਾਜੇ ਆਏ ਸੰਸਾਰ ਤੇ ਆਏ, ਤੇ ਉਹ ਵੀ ਇੱਕ ਨਾ ਇੱਕ ਦਿਨ ਸ਼ਮਸ਼ਾਨ ਭੂਮੀ ਵਿੱਚ ਚਲੇ ਗਏ। ਹੈਵਰ ਉੱਪਰ ਛਤਰ ਧਰ, ਤੇ ਧਰਨੀ ਗਾੜ। ਭਾਵ ਕਿ ਇੱਕ ਨਾ ਮਿੱਟੀ ਦੇ ਵਿੱਚ ਮਿਲ ਗਈ। ਇਸ ਕਰਕੇ ਭਗਤ ਕਬੀਰ ਸਾਹਿਬ ਕਾਹਦੇ ਵਾਸਤੇ ਕਹਿੰਦੇ, ਸੰਸਾਰ ਦੇ ਜੀਵ ਤੂੰ ਮਾਨ ਕਰਦਾ, ਤੇ ਦੂਸਰਾ ਬੰਦੇ ਨੂੰ ਮਾਨ ਹੁੰਦਾ ਮਾਇਆ ਦਾ। ਤੇ ਮਹਾਰਾਜ ਜੀ ਕਹਿੰਦੇ, ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਫਿਲਮ ਨਾ ਹੋਈ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਗਰਭ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਜਹੁ ਸੁਨਾਓ ਸਮੁੰਦਰ ਮੈਂ, ਕਿਆ ਜਾਣਾ ਕਿਆ ਹੋਏ। ਕਿ ਸੰਸਾਰ ਦੇ ਜੀਵ ਨੂੰ ਹੰਕਾਰ ਹੈ ਮਾਇਆ ਦਾ। ਜਿਹੜਾ ਬੰਦਾ ਮਾਇਆ ਦੇ ਵਿੱਚ ਬਹੁਤਾ ਅਮੀਰ ਹੋਵੇ, ਜਿਹਦੇ ਪਾਸ ਬਹੁਤੀ ਮਾਇਆ ਹੋਵੇ ਨਾ, ਤੇ ਉਹ ਫਿਰ ਗਰੀਬ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ। ਕਬੀਰ ਗਰਭ ਨਾ ਕੀਜੀਏ, ਰੰਕ ਨਾ ਹਸੀਏ ਕੋਏ। ਪਰ ਉਹ ਵਾਹਿਗੁਰੂ ਪਰਮੇਸ਼ਰ ਦੀ ਦੇਵਨਤ ਦਾ ਕੋਈ ਪਤਾ ਨਹੀਂ, ਕਦੋਂ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ। ਤੇ ਮਹਾਰਾਜ ਜੀ ਕਹਿੰਦੇ, ਪਤਾ ਨਹੀਂ ਉਹ ਰੱਬ ਦੀ ਦੇਵਨਤ ਦਾ, ਕਿ ਅੱਜ ਸੰਸਾਰ ਦੇ ਜੀਵ ਪਾਸ ਬਹੁਤੀ ਮਾਇਆ ਹੈ, ਤੇ ਕੱਲ ਨੂੰ ਉਹ ਸੰਸਾਰ ਦਾ ਜੀਵ ਗਰੀਬ ਹੋ ਜਾਵੇ। ਜਿਹਦੀ ਬਾਬਤ ਮਹਾਰਾਜ ਜੀ ਕਹਿੰਦੇ, ਦਰ ਮੰਗਣ ਭਿੱਖ ਨਾ ਪਾਇੰਦ। ਕਿ ਇੱਕ ਮਹਾਰਾਜ ਜੀ ਕਹਿੰਦੇ, ਰਾਜਾ ਹੋਵੇ, ਬਹੁਤੀ ਮਾਇਆ ਹੋਵੇ, ਪਰ ਇੱਕ ਦਿਨ ਐਸਾ ਸਮਾਂ ਆ ਜਾਵੇ, ਬਹੁਤੀ ਗਰੀਬੀ ਆ ਜਾਵੇ, ਤੇ ਮਹਾਰਾਜ ਜੀ ਕਹਿੰਦੇ ਉਹ ਮੰਗਣ ਜਾਵੇ, ਤੇ ਉਹਨੂੰ ਮਹਾਰਾਜ ਜੀ ਕਹਿੰਦੇ ਖੈਰ ਵੀ ਨਹੀਂ ਮਿਲਦੀ। ਭਾਵ ਕਿ ਸੰਸਾਰ ਦੇ ਜੀਵ ਨੂੰ ਦੂਜਾ ਮੋਹ ਹੁੰਦਾ, ਦੂਜਾ ਹੰਕਾਰ ਹੁੰਦਾ ਧਨ ਦਾ। ਤੇ ਮਹਾਰਾਜ ਜੀ ਕਹਿੰਦੇ ਇਹ ਮੋਹ ਕਿੱਥੋਂ ਨਾਸ ਹੋ ਸਕਦਾ ਹੈ। ਤੇ ਮਹਾਰਾਜ ਜੀ ਕਹਿੰਦੇ, ਸੰਤੋ ਇਹਾ ਬਤਾਵੋ ਕਾਰੀ, ਐਸੀ ਹੈ ਸੰਤ ਜਨੋ ਔਖਦ ਦੇਣਾ ਕਰੋ, ਜਿਹਦੇ ਕਰਕੇ ਮੇਰੇ ਮੋਹ ਦਾ ਨਾਸ ਹੋ ਜਾਣਾ ਕਰੇ। ਜਿਤ ਹੋਮੈ ਗਰਭ ਨਿਵਾਰੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਇਹ ਦਵਾਈ ਉਹਨਾਂ ਦੇ ਪਾਸੋਂ ਮਿਲਣੀ, ਜਿਤ ਹੋਮੈ ਗਰਭ ਨਿਵਾਰੀ। ਜਿਨ੍ਹਾਂ ਨੇ ਆਪਣੇ ਹੰਕਾਰ ਦਾ ਤਿਆਗ ਕਰ ਲਿਆ, ਜਿਨ੍ਹਾਂ ਨੇ ਮੋਹ ਦਾ ਹੰਕਾਰ ਕਰ ਲਿਆ, ਮੋਹ ਦਾ ਤਿਆਗ ਕਰ ਲਿਆ, ਉਹਨਾਂ ਦੇ ਪਾਸੋਂ ਇਹ ਔਖਦ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋਣੀ। ਕਿਉਂਕਿ ਸੰਸਾਰ ਦੇ ਜੀਵ ਨੂੰ ਬਹੁਤਾ ਹੰਕਾਰ ਹੈ ਮਾਇਆ ਦਾ, ਸਕੇ ਸੰਬੰਧੀਆਂ ਦਾ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਜਿਸ ਸੰਬੰਧੀਆਂ ਤੇ ਤੂੰ ਸੰਸਾਰ ਦੇ ਜੀਵ ਹੱਕ ਜਤਾਉਣਾ, ਜਿਨ੍ਹਾਂ ਦੇ ਨਾਲ ਤੇਰਾ ਮੋਹ ਹੈ ਨਾ, ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਦਾਰਾ ਪੂਤ ਮੀਤ ਸੰਬੰਧੀ ਸਗਰੇ ਧਨ ਸੋ ਲਾਗੇ। ਮਹਾਰਾਜ ਜੀ ਕਹਿੰਦੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਐ ਸੰਸਾਰ ਦੇ ਜੀਵ, ਤੂੰ ਸੰਸਾਰ ਤੇ ਆਇਆ, ਸੰਸਾਰ ਤੇ ਆ ਕਰਕੇ ਆਪਣੇ ਸਕੇ ਸੰਬੰਧੀਆਂ ਦੇ ਮੋਹ ਕਰਕੇ ਮੋਹ ਦੇ ਵਿੱਚ ਫਸ ਗਿਆ, ਰੱਬ ਨੂੰ ਭੁੱਲ ਗਿਆ, ਤੇ ਮੋਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਬੜਾ ਹੰਕਾਰੀ ਹੋ ਗਿਆ।
ਤੇ ਮਹਾਰਾਜ ਜੀ ਕਹਿੰਦੇ ਤਹੋਮੈ ਗਰਭ ਨਿਵਾਰੀ। ਆਸਾ ਦੀ ਵਾਰ ਵਿੱਚ ਮਹਾਰਾਜ ਜੀ ਬਚਨ ਕਰਦੇ ਨੇ, ਹਉਮੈ ਵੱਡਾ ਰੋਗ ਹੈ ਦਾਰੂ ਪੀ ਇਸ ਵਾਹੇ। ਮਹਾਰਾਜ ਜੀ ਕਹਿੰਦੇ ਹਉਮੈ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ। ਮਹਾਰਾਜ ਜੀ ਕਹਿੰਦੇ ਬਹੁਤ ਵੱਡਾ ਰੋਗ ਹੈ ਦਾਰੂ ਪੀ ਇਸ ਵਾਹੇ। ਤੇ ਮਹਾਰਾਜ ਜੀ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦਾ ਹੀ ਸ਼ਬਦ ਹੈ, ਗੁਰੂ ਦਾ ਹੀ ਗਿਆਨ ਹੈ। ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦਾ ਗਿਆਨ ਹੈ ਉਹ ਹਉਮੈ ਦੇ ਰੋਗ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਸੰਸਾਰ ਦੀ ਕੋਈ ਦਵਾਈ ਹਉਮੈ ਨੂੰ ਕੱਟ ਨਹੀਂ ਸਕਦੀ, ਪਰ ਕੇਵਲ ਤੇ ਕੇਵਲ ਹਉਮੈ ਨੂੰ ਕੱਟਣ ਦੇ ਵਾਸਤੇ ਗੁਰੂ ਦਾ ਸ਼ਬਦ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਬਾਬਾ ਗੁਰਦਾਸ ਸਾਹਿਬ ਜੀ ਕਹਿੰਦੇ ਵਾਹਿਗੁਰੂ ਨਾਮ ਮੰਤਰ ਹੈ ਜਿਹਦੇ ਕਰਕੇ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੇ ਪਾਸੋਂ ਨਾਮ ਰੂਪੀ ਔਖਦ ਮਿਲਦੀ ਹੈ, ਜਿਹਦੇ ਕਰਕੇ ਗਰਭ ਭਾਵ ਹੰਕਾਰ ਦਾ ਰੋਗ, ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। ਕਹਿੰਦੇ ਇੱਕ ਸ਼ਾਹੂਕਾਰ ਸੀ, ਕਹਿੰਦੇ ਬਹੁਤ ਅਮੀਰ ਸੀ, ਇੰਨੀ ਕਮਾਇਆ ਸੀ, ਕਹਿੰਦੇ ਜਦੋਂ ਆਪਣੇ ਬਿਸਤਰ ਤੇ ਲੇਟਦਾ ਸੀ ਨਾ, ਜੇਕਰ ਉਹਨੇ ਆਪਣਾ ਸਿਰਹਾਣੇ ਵਾਲੇ ਪਾਸੋਂ ਚੱਕ ਕਰਕੇ ਪੈਂਦ ਵੱਲ ਰੱਖਣਾ ਤਾਂ ਉਹ ਕਹਿੰਦੇ ਇੰਨੀ ਵੀ ਖੇਚਲ ਨਹੀਂ ਸੀ ਕਰਦਾ। ਤਾਂ ਉਹਦੇ ਪਾਸ ਏਡੇ ਨੌਕਰ ਰੱਖੇ ਹੋਏ ਸਨ ਜਿਹੜੇ ਕਿ ਉਹ ਸਿਰਹਾਣੇ ਚੱਕ ਕਰਕੇ ਕਦੇ ਬੈੱਡ ਦੇ ਉੱਪਰਲੇ ਪਾਸੇ ਕਰਦੇ, ਕਦੇ ਪੈਂਦ ਵਾਲੇ ਪਾਸੇ ਕਰਦੇ, ਜਿੱਧਰ ਉਹ ਪੈਰ ਰੱਖਦਾ ਸੀ। ਭਾਵ ਕਿ ਬਹੁਤ ਜ਼ਿਆਦਾ ਅਮੀਰ ਸੀ, ਬਹੁਤ ਮਾਇਆ ਦਾ ਹੰਕਾਰ ਸੀ, ਬਹੁਤ ਗਰਭ ਸੀ ਉਹ ਸ਼ਾਹੂਕਾਰ ਨੂੰ। ਜਦੋਂ ਉਹਦੇ ਨਗਰ ਦੇ ਵਿੱਚ ਕਿਸੇ ਵਿਅਕਤੀ ਨੇ ਚੜ੍ਹਾਈ ਕਰ ਜਾਣਾ ਨਾ, ਉਹਦੇ ਪਾਸ ਕਹਿੰਦੇ ਸ਼ਾਹੂਕਾਰ ਦੇ ਪਾਸ ਸੋਨੇ ਦੀ ਖੁੰਡੀ ਸੀ। ਸ਼ਾਹੂਕਾਰ ਦੇ ਪਾਸ ਸੋਨੇ ਦੀ ਖੁੰਡੀ ਸੀ ਤੇ ਕਦੋਂ ਕੋਈ ਚੜ੍ਹਾਈ ਕਰ ਜਾਂਦਾ ਤੇ ਕਹਿੰਦਾ ਕਿਸੇ ਵਿਅਕਤੀ ਨੂੰ ਉਹਨੇ ਖੁੰਡੀ ਪਕੜਾ ਦੇਣੀ, ਮੇਰੀ ਖੁੰਡੀ ਲੈ ਜਾ, ਇਸ ਵਿਅਕਤੀ ਦੇ ਸੰਸਕਾਰ ਤੇ ਜਾ ਆਇਆ ਕਰੇਗੀ, ਮੈਂ ਆਪ ਚੱਲ ਕਰਕੇ ਨਹੀਂ ਸੀ ਜਾ ਸਕਦਾ। ਇੱਕ ਨਾ ਇੱਕ ਦਿਨ ਸਮਾਂ ਆਇਆ ਕਿ ਉਹ ਸ਼ਾਹੂਕਾਰ ਚੜ੍ਹਾਈ ਕਰ ਗਿਆ। ਪਿੰਡ ਦੇ ਲੋਕ ਉਹਦੇ ਮਰੇ ਤੇ ਗਏ ਨੇ ਕਿ ਸ਼ਾਹੂਕਾਰ ਨੂੰ ਬਹੁਤਾ ਹੰਕਾਰ ਸੀ, ਹੰਕਾਰ ਦੇ ਵਸ ਵਿੱਚ ਹੋ ਕਰਕੇ ਕਿਸੇ ਦੇ ਸੰਸਕਾਰ ਤੇ ਨਹੀਂ ਜਾਂਦਾ ਸੀ। ਤੇ ਸੰਸਾਰ ਦੇ ਲੋਕਾਂ ਨੇ ਕੋਈ ਨਾ ਕੋਈ ਵਸਤੂ ਦੇ ਸੰਸਕਾਰ ਤੇ ਭੇਜ ਦੇਣਾ ਕੀਤੀ, ਜਿਵੇਂ ਉਹ ਖੁੰਡੀ ਭੇਜ ਦਿੰਦਾ ਸੀ। ਤੋ ਜਿਹੜਾ ਸ਼ਾਹੂਕਾਰ ਸੀ ਇੱਕ ਨਾ ਇੱਕ ਦਿਨ ਸਮਾਂ ਸੀ, ਉਹਨੂੰ ਮਾਇਆ ਦਾ ਹੰਕਾਰ ਸੀ, ਆਪਣਾ ਸਿਰਹਾਣਾ ਵੀ ਚੱਕ ਕਰ ਇੱਕ ਪਾਸੇ ਤੋਂ ਦੂਜੇ ਪਾਸੇ ਨਹੀਂ ਸੀ ਰੱਖਦਾ। ਪਰ ਮਹਾਰਾਜ ਜੀ ਕਹਿੰਦੇ ਇੱਕ ਨਾ ਇੱਕ ਦਿਨ ਸਮਾਂ ਆ ਗਿਆ ਕਿ ਉਹ ਜਿਹੜੇ ਸੁੰਦਰ ਸੇਜਾਂ ਤੇ ਸੁੰਦਰ ਬਿਸਤਰਿਆਂ ਤੇ ਪੈਂਦਾ ਸੀ ਸ਼ਾਹੂਕਾਰ, ਉਹ ਅੱਜ ਇੱਕ ਛੋਟੀ ਜਿਹੀ ਕਬਰ ਦੇ ਅੰਦਰ ਮਹਾਰਾਜ ਜੀ ਕਹਿੰਦੇ ਇੱਟ ਸਰਾਣੇ ਭੋਏ ਸਵਨ ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਿ ਅੱਜ ਉਹਨੂੰ ਜਿਹਨੂੰ ਸੁੰਦਰ ਸਰਾਣੇ ਮਿਲਦੇ ਸੀ, ਮੌਤ ਤੋਂ ਬਾਅਦ ਉਹਨੂੰ ਕਬਰ ਦੇ ਅੰਦਰ ਇੱਟ ਦਾ ਸਰਾਣਾ ਪ੍ਰਾਪਤ ਹੋਇਆ। ਭਾਵ ਕਿ ਕਾਹਦੇ ਵਾਸਤੇ ਸੰਸਾਰ ਦਾ ਜੀਵ ਹੰਕਾਰ ਕਰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਇਹ ਰੱਬ ਦੇ ਪਿਆਰਿਆਂ ਪਾਸੋਂ ਹਉਮੈ ਨੂੰ ਮਾਰਨ ਦੀ ਦਵਾਈ ਪ੍ਰਾਪਤ ਹੋ ਸਕਦੀ ਹੈ। ਰਹਾਉ ਸਰਾਮ ਦੇ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਹਨ। ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾ ਸਗਲ ਰੇ ਨਾਰੀ। ਸਰਬ ਦਾ ਅਰਥ ਹੈ ਸਾਰੇ, ਭੂਤ ਦਾ ਅਰਥ ਹੈ ਤਤ। ਲੰਘੇ ਹੋਏ ਸਮੇਂ ਨੂੰ ਵੀ ਭੂਤਕਾਲ ਕਹਿੰਦੇ ਨੇ, ਪਰ ਇੱਥੇ ਭੂਤ ਦਾ ਅਰਥ ਹੈ ਤਤ। ਸਰਬ ਦਾ ਅਰਥ ਸਾਰੇ, ਭੂਤ ਦਾ ਅਰਥ ਤਤ। ਮਹਾਰਾਜ ਜੀ ਕਹਿੰਦੇ ਸਾਰੇ ਸੰਸਾਰ ਦੇ ਤੱਤਾਂ ਅੰਦਰ ਚਾਰ ਖਾਨੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਚਾਰਾਂ ਖਾਲੀਆਂ ਦੇ ਅੰਦਰ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਉਹ ਕਰਤੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੱਕ ਲਿਆ ਨਾ। ਮਹਾਰਾਜ ਜੀ ਕਹਿੰਦੇ ਹੋਵਾਂ ਸਗਲ ਰੇ ਨਾਰੀ, ਉਹਨਾਂ ਦੇ ਚਰਨਾਂ ਦੀ ਮੈਂ ਧੂੜ ਹੋ ਜਾਵਾਂ, ਉਹਨਾਂ ਦੇ ਚਰਨਾਂ ਦਾ ਮੈਂ ਸੇਵਕ ਹੋ ਜਾਵਾਂ, ਜਿਨ੍ਹਾਂ ਨੇ ਸੰਸਾਰ ਦੇ ਜੀਵਾਂ ਅੰਦਰ ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਹੀ,
रब रहिया सरबतर मैं मन सदा ध्याई। भाव के जिन्हां ने संसार के जरे जरे अंदर वो वाहिगुरु परमेश्वर नूं तकना कीता। एक महात्मा की साखी आउंदी है, कहंदे एक महात्मा दे सन दो चेले, ते महात्मा ने ना अपने चेलियां नूं कहंदे एक कबूतर दे दिता, कहंदे जाओ ते जा करके इन्हां नूं मार करके लिया। दोने चेले चले जांदे ने। एक वो डेरे दे विचों निकलदा है, महात्मा दे पासों चल करके थोड़ी दूर जांदा है, जा करके कबूतर की धौन मरोड़ करके उन्होंने मार दिंदा है ते महात्मा दे पास ले आया। कहन लगा जो हुक्म कीता सो मैं कर दिता, इस कबूतर नूं मार देना कीता। दूजा जांदा है, बड़ी दूर जांदा है, कदे देखदा है मैनूं दरख्त देखदे ने, कदे देखदा है इस जीव जो जंगल दे विच फिर रहे ने ये मैनूं देख रहे ने। भाव कि उहदी हिम्मत नहीं पैंदी कबूतर नूं मारन दी। एक सुनसान जगह ते जांदा जिथे उहनूं कोई नहीं देखदा, पर वो आखदा है कि मेरियां अखां इहनूं देख रहीआं। भाव कि उहदी आत्मा वो पाप करन दे वास्ते उहनूं हामी नहीं भरदी ते वो वापस चला आउंदा। आख करके कहन लगा महात्मा जी मैं अजिहा कारज नहीं कर सकदा कि मैं जिस जगह ते जावां उत्थे कोई ना कोई संसार दा जी मैनूं जरूर तक रहा, पर मैं कदे कदे अकेली जगह ते शांत जगह ते जा वड़ां, उत्थे केवल ते केवल रब तां मैनूं तकदा है। ते महाराज जी कहंदे हाथ पटन बिज बंदर भज्जै, कर चोरी कर आवै, अगों देखै पिछों देखै, तुझ ते कहां छुपावै। संत कहन लगा अपने चेले नूं तू बड़ा सुभागा है, जिन्हें ये जान लिया कि रब जरे जरे दे व्यापक है, जो संसार दा जीव अवगण करदे उन्हां नूं तक रिहा। ते सतगुरु कहंदे हाथ पटन बिज मंदर भज्जै, कर चोरी कर आवै, अगों देखै पिछों देखै, तुझ ते कहां छुपावै। कहंदे चोर सन ला करके चोरी करदा है, वो देखदा है घर दे सुते पए ने, चोरी कर लैंदा है। अगाह जांदा है कोई मैनूं पिछे तो देख नहीं रहा, चोरी तां कर लैंदा है। पर सतगुरु कहंदे केवल ते केवल अकाल पुरख वाहिगुरु परमेश्वर वो संसार दे जीवां दे औगुणां नूं पापां नूं जाणदा है। ताही तां वाहिगुरु परमेश्वर नूं आपां अंतरजामी कहने कि साडियां अंदर दीयां जाणदा है। भावें संसार दा जीव संसार दे जीवां दे पासों कोई पाप करके औगण करके लुको लवे, पर वाहिगुरु परमेश्वर दे पासों कीते हुए औगुणां नूं लुकोया नहीं जा सकता। भाव के संसार दे जिन्ने भी तत्त ने सारियां दे विच वाहिगुरु परमेश्वर सर्वभूत पार ब्रह्म करमाने आ। सारियां तत्तां दे विच वाहिगुरु परमेश्वर व्यापक है। ते महाराज जी कहंदे पार ब्रह्म करमाने, जिन्हां ने ये जान लिया होवां सगल रे नारी, उन्हां दे चरनां दी मैं धूड़ हो जाना करा। पेखियो प्रभ जियो अपने संगे, चुकै भीत ब्रह्मारी। ते महाराज जी कहंदे जिहड़े मोह दे वस होए ने ना, उन्हां ने तां जाणिया नहीं रब नूं, क्योंकि मोह दे वस विच होया बंदा अजिहे कर्म भी कर दिंदा है जिन्हां कर्मां दे करके बंदा बख्शिया नहीं जा सकता। क्योंकि बंदा माया नूं प्राप्त करन दे वास्ते वो ढंग तरीके करदा है। बंदा अपने परिवार दे नाल भरा दे नाल भी ठगी कर लैंदा है माया नूं कमाउण दे वास्ते, पर माया दी जिहड़ी बंदे दे वास्ते अखीर दे समय सहाई नहीं। कहंदा एक राजा सी ते राजे दे पास बहुत सुंदर हीरे सन, बहुत सुंदर लाल सन। ते राजा अपने मंत्रियों नूं कहन लगा कि इसकी कीमत दसो कितनी है। ते मंत्री बड़े सियाने सन, बड़ा सूझवान सी। कहन लगे राजन इन्हां दी कीमत 99 लाख है। ते राजा कहन लगा ए मंत्री तू 99 लाख जो क्या तू करोड़ भी कह सकदा सी दी कीमत, किड्डा क फर्क सी।
ਤੂੰ ਕਾਦੇ ਵਾਸਤੇ ਲਾਲ ਦੀ ਕੀਮਤ, ਹੀਰਿਆਂ ਦੀ ਕੀਮਤ ਤੂੰ 99 ਲੱਖ ਕਹਿਣਾ ਕੀਤੀ, ਦੱਸ। ਤਾਂ ਉਹ ਮੰਤਰੀ ਕਹਿਣ ਲੱਗਾ ਇਹ ਜਿਹੜੇ ਹੀਰੇ ਨੇ ਮੈਨੂੰ ਦੇ ਦਿਓ ਤੇ ਮੈਂ ਹੀਰਿਆਂ ਨੂੰ ਇੱਕ ਤਿਜੋਰੀ ਦੇ ਵਿੱਚ ਰੱਖ ਦੇਣਾ ਤੇ ਇਹਨਾਂ ਦੇ ਪਾਸ 100 ਛੋਟੇ ਹੀਰੇ ਰੱਖ ਦੇਣਾ, 100 ਛੋਟੇ ਲਾਲ ਰੱਖ ਦੇਣਾ ਹੈ। ਤਾਂ ਅਜਿਹਾ ਕਹਿੰਦੇ ਮੰਤਰੀ ਨੇ ਕਰਨਾ ਕੀਤਾ, ਤਿਜੋਰੀ ਦੇ ਵਿੱਚ ਗਹਿਣੇ ਰੱਖ ਦਿੱਤੇ, ਲਾਲ ਰੱਖ ਦਿੱਤੇ, ਪਾਸ ਛੋਟੇ 99 100 ਕਹਿੰਦੇ ਛੋਟੇ ਹੀਰੇ ਰੱਖ ਦੇਣਾ ਕੀਤੇ, ਤੇ ਉਹ ਸਾਰਿਆਂ ਲਾਲਾਂ ਦਾ ਪ੍ਰਕਾਸ਼ ਪਿਆ ਕਹਿੰਦੇ ਪਾਸ ਪਏ ਹੀਰਿਆਂ ਦੇ ਉੱਪਰ, ਛੋਟੇ ਲਾਲਾਂ ਦੇ ਉੱਪਰ। ਪਰ ਇੱਕ ਲਾਲ ਦੇ ਉੱਪਰ ਕਹਿੰਦੇ ਉਹਦਾ ਪ੍ਰਕਾਸ਼ ਨਾ ਪਿਆ। ਤੇ ਮੰਤਰੀ ਕਹਿਣ ਲੱਗਾ ਰਾਜਨ, ਇੱਕ ਲਾਲ ਦੇ ਉੱਪਰ ਇਹਨਾਂ ਦਾ ਪ੍ਰਕਾਸ਼ ਨਹੀਂ ਪਿਆ, ਜਿਹਦੇ ਕਰਕੇ ਇਹਨਾਂ ਦੀ ਕੀਮਤ ਮੈਂ 99 ਲੱਖ ਕਹਿਣਾ ਕੀਤੀ ਹੈ। ਰਾਜਨ ਕਹਿੰਦਾ ਤੂੰ ਬੜਾ ਸਿਆਣਾ ਆਦਮੀ ਹੈ, ਜਿਹਨੇ ਬੜੀ ਵਧੀਆ ਜਿੱਥੇ ਕੀਮਤ ਪਾਈ ਹੈ ਉੱਥੇ ਮੇਰੇ ਸ਼ੰਕੇ ਦੀ ਵੀ ਨਿਵਰਤ ਕਰਨਾ ਕੀਤੀ। ਤੇ ਰਾਜੇ ਦੇ ਪਾਸ ਕੁਝ ਸੰਤ ਮਹਾਤਮਾ ਰਹਿੰਦੇ ਸਨ, ਰੱਬ ਦੀ ਇਬਾਦਤ ਕਰਨ ਵਾਲੇ, ਕੋਈ ਪਖੰਡ ਵਾਲੇ ਨਹੀਂ ਸਨ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਜਾਣਿਆ ਹੋਇਆ ਸੀ। ਤੇ ਰਾਜਾ ਕਹਿਣ ਲੱਗਾ ਕਿ ਇਸ ਮੰਤਰੀ ਦਾ ਸਨਮਾਨ ਕਰਨਾ ਕਰੀਏ, ਜਾਓ ਜਾ ਕਰਕੇ ਮਹਾਤਮਾ ਨੂੰ ਬੁਲਾਉਣਾ ਕਰੋ ਕਿ ਇਹਨੂੰ ਮੰਤਰੀ ਨੂੰ ਬੜੀ ਮਾਇਆ ਦੇਣੀ ਕਰੀਏ। ਸੰਤ ਆਏ ਤੇ ਮਹਾਤਮਾ ਨੂੰ ਰਾਜਾ ਕਹਿਣ ਲੱਗਾ ਕਿ ਮਹਾਤਮਾ ਜੀ ਨੂੰ ਬੜੀ ਮਾਇਆ ਮੋਹਰਾਂ ਦੇਣੀਆਂ ਨੇ, ਇਹਨੇ ਸਾਡੇ ਲਾਲਾਂ ਦੀ ਕੀਮਤ 99 ਲੱਖ ਪਾਈ, ਬੜਾ ਸੂਝਵਾਨ ਆਦਮੀ ਹੈ। ਤੇ ਮਹਾਤਮਾ ਕਹਿਣ ਲੱਗੇ ਰਾਜਨ ਤੂੰ ਤਾਂ ਇਹਨੂੰ ਲਾਲ ਦੇਣ ਦੀ ਗੱਲ ਕਰਦਾ, ਮੋਹਰਾਂ ਦੇਣ ਦੀ ਗੱਲ ਕਰਨਾ, ਇਹਨੂੰ ਤਾਂ ਸਵਾਹ ਮਿਲਣੀ ਚਾਹੀਦੀ, ਇਹਦੀ ਝੋਲੀ ਦੇ ਵਿੱਚ ਤਾਂ ਸਵਾਹ ਪਾਉਣੀ ਚਾਹੀਦੀ। ਤਾਂ ਉਹ ਕਹਿਣ ਲੱਗੇ ਮਹਾਤਮਾ ਜੀ ਕਿਉਂ? ਤਾਂ ਉਹ ਕਹਿਣ ਲੱਗੇ ਕਿ ਜਿਸ ਵਿਅਕਤੀ ਨੇ ਆਪਣੇ ਮਨੁੱਖਾ ਸਰੀਰ, ਮਨੁੱਖਾ ਲਾਲ ਦੀ ਕੀਮਤ ਨਹੀਂ ਨਾ ਪਾਈ, ਉਹ ਕਿੱਡਾ ਕੁ ਵੱਡਾ ਸਿਆਣਾ ਹੋ ਸਕਦਾ ਹੈ। ਜਿਸ ਬੰਦੇ ਨੇ 24,000 ਸਵਾਸ ਆਪਣੇ ਵਿਅਰਥ ਕਰ ਦੇਣਾ ਕੀਤੇ, ਏਡੇ ਅਮੋਲਕ ਸਵਾਸਾਂ ਨੂੰ ਗਵਾ ਦੇਣਾ ਕੀਤਾ, ਜਿਹਨੂੰ ਆਪਣੇ ਸਵਾਸਾਂ ਦੀ ਕੀਮਤ ਦਾ ਪਤਾ ਨਹੀਂ ਲੱਗਿਆ, ਉਹ ਕਿੱਡਾ ਕੁ ਵੱਡਾ ਸਿਆਣਾ ਹੋ ਸਕਦਾ ਹੈ। ਤੇ ਉਹ ਮੰਤਰੀ ਨੂੰ ਗਿਆਨ ਹੋ ਗਿਆ ਕਿ ਮਹਾਤਮਾ ਕੀ ਗੱਲ ਕਹਿ ਰਹੇ ਨੇ, ਰੱਬ ਦੀ ਇਬਾਦਤ ਕਰਨ ਦੇ ਵਾਸਤੇ ਕਹਿ ਰਹੇ ਨੇ ਕਿ ਤੈਨੂੰ ਮਨੁੱਖਾ ਸਰੀਰ ਮਿਲਿਆ, ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਕਰ। ਤੇ ਮਹਾਰਾਜ ਜੀ ਕਹਿੰਦੇ ਐਸੇ ਮਹਾਤਮਾ ਜਨ ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਹਰ ਜਰੇ ਜਰੇ ਦੇ ਵਿੱਚ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਜਿਨ੍ਹਾਂ ਨੇ ਜਰੇ ਜਰੇ ਅੰਦਰ ਰੱਬ ਦੇ ਪਿਆਰਿਆਂ ਨੇ ਕਰਤੇ ਕਾਲ ਪੁਰਖ ਨੂੰ ਤੱਕ ਲੈਣਾ ਕੀਤਾ। ਮਹਾਰਾਜ ਜੀ ਕਹਿੰਦੇ ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਨੇੜੇ ਹੈ ਪ੍ਰਭ ਦੂਰ ਨਾ ਜਾਣੋ, ਭਾਵ ਕਿ ਜਿਨ੍ਹਾਂ ਨੇ ਨੇੜੇ ਤੱਕਿਆ ਰੱਬ ਨੂੰ। ਤੇ ਮਹਾਰਾਜ ਜੀ ਕਹਿੰਦੇ ਪੇਖਿਓ ਪ੍ਰਭ ਜੀਓ ਆਪਣਾ ਸੰਗੈ, ਚੁੱਕੈ ਭੀਤ ਭਰਮਾਰੀ, ਉਹਨਾਂ ਦੀ ਭਰਮ ਦੀ ਕੰਧ ਮਹਾਰਾਜ ਜੀ ਕਹਿੰਦੇ ਨਾਸ ਹੋ ਗਈ। 5 ਪ੍ਰਕਾਰ ਦਾ ਭਰਮ ਵਿਦਵਾਨਾਂ ਨੇ ਮੰਨਿਆ, ਭੇਦ ਭਰਮ, ਕਰਤੱਤ ਭਰਮ, ਗੁਣ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਿਉ ਸਤ ਹੈ, ਪੰਚੋ ਭਰਮ ਸੰਸਾਰ। ਸਾਡੇ ਸੰਸਾਰ ਦੇ ਜੀਵਾਂ ਦੇ ਵਾਸਤੇ ਮਾਇਆ ਦਾ ਭਰਮ ਹੈ, ਮਾਇਆ ਦੀ ਕੰਧ ਹੈ, ਇਹ ਗੁਰੂ ਦੇ ਗਿਆਨ ਦੁਆਰਾ ਹੀ ਟੁੱਟ ਸਕਦੀ ਹੈ। ਇਸੇ ਤਰੀਕੇ ਦੇ ਨਾਲ ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਨਜ਼ਦੀਕ ਜਾਣ ਲਿਆ, ਚੁੱਕੈ ਭੀਤ ਭਰਮਾਰੀ, ਉਹਨਾਂ ਦੀ ਭਰਮਾਂ ਰੂਪੀ ਕੰਧ ਗੁਰੂ ਨੇ ਕੱਟ ਦੇਣਾ ਕੀਤੀ ਹੈ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਐ ਗੁਰੂ ਦੁਆਰੀ। ਤੇ ਸਤਿਗੁਰੂ ਪਾਤਸ਼ਾਹ ਅਖੀਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ। ਪਹਿਲਾਂ ਸਤਿਗੁਰੂ ਨੇ ਬਚਨ ਕੀਤੇ ਆਰੰਭਤਾ ਦੇ ਵਿੱਚ, ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਮਹਾਰਾਜ ਜੀ ਕਹਿੰਦੇ ਮੋਹ ਨੂੰ ਨਾਸ਼ ਕਰਨ ਦੇ ਵਾਸਤੇ
ਔਖਦ ਨਾਮ ਨਿਰਮਲ ਜਲ ਅੰਮ੍ਰਿਤ। ਔਖਦ ਕਹਿੰਦੇ ਦਵਾਈ ਨੂੰ, ਨਾਮ ਨਿਰਮਲ ਜਲ ਅੰਮ੍ਰਿਤ, ਜਿਹੜਾ ਪਾਣੀ ਤੋਂ ਜ਼ਿਆਦੇ, ਬਹੁਤ ਜ਼ਿਆਦੇ ਮਹਾਰਾਜ ਜੀ ਕਹਿੰਦੇ ਸ਼ੁੱਧ ਹੈ, ਨਿਰਮਲ ਹੈ, ਸਾਫ਼ ਹੈ, ਪਾਈਏ ਗੁਰੂ ਦੁਆਰੀ। ਜਦੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਰੂਪੀ ਅੰਮ੍ਰਿਤ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੋ ਗਿਆ ਨਾ, ਫਿਰ ਸੰਸਾਰ ਦਾ ਮੋਹ ਨਾਸ ਹੋ ਜਾਂਦਾ ਹੈ। ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਨੇ। ਭਾਈ ਸੋਮਾ ਜਿਹੜਾ ਘਰ ਦੇ ਵਿੱਚੋਂ ਬਹੁਤ ਜ਼ਿਆਦਾ ਗਰੀਬ ਹੈ, ਤੇ ਮਾਤਾ ਕਹਿਣ ਲੱਗੀ, ਮਾਤਾ ਨੇ ਕਹਿੰਦੇ ਘੁੰਗਣੀਆਂ ਉਬਾਲ ਕਰਕੇ ਦਿੱਤੀਆਂ, ਛੋਲੇ ਉਬਾਲ ਕਰਕੇ ਦਿੱਤੇ, ਬੱਕਲੀਆਂ ਉਬਾਲ ਕਰਕੇ ਦਿੱਤੀਆਂ। ਕਹਿਣ ਲੱਗੀ ਇਹ ਪੁੱਤਰ ਸਾਡੇ ਘਰ ਦੇ ਅੰਦਰ ਬਹੁਤ ਜ਼ਿਆਦਾ ਗਰੀਬੀ ਹੈ, ਤੇ ਘੁੰਗਣੀਆਂ ਲੈ ਜਾ ਤੇ ਜਾ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਜਾ ਕਰਕੇ ਵੇਚਣੀਆਂ ਸ਼ੁਰੂ ਕਰ ਦੇ। ਉੱਥੇ ਘੁੰਗਣੀਆਂ ਦੀ ਬਹੁਤ ਵਟਤ ਹੋਇਆ ਕਰੀ, ਜਿਹਦੇ ਪਾਸੋਂ ਥੋੜੀ ਬਹੁਤੀ ਸਾਨੂੰ ਮਾਇਆ ਮਿਲ ਜਾਇਆ ਕਰੇਗੀ, ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਜਾਏਗਾ। ਭਾਈ ਸੋਮਾ ਘਰ ਤੋਂ ਚੱਲੇ ਨੇ। ਜਾ ਕਰਕੇ ਭਾਈ ਸੋਮਾ ਨੇ ਆਪਣੀ ਦੁਕਾਨ ਉਹ ਘੁੰਗਣੀਆਂ ਦੀ ਲਾਉਣਾ ਕੀਤੀ। ਸ਼ਾਮ ਨੂੰ 1-2 ਰੁਪਈਆਂ ਦੀ ਕਹਿੰਦੇ ਵਟਤ ਹੋਈ, ਘੁੰਗਣੀਆਂ ਵੇਚੀਆਂ। ਤੇ ਇੰਨੇ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਸੋਮੇ ਦੇ ਪਾਸ ਹੁੰਦੇ ਨੇ। ਕਹਿਣ ਲੱਗਿਆ ਸੋਮਾ ਕਿੰਨੀ ਵਟਤ ਹੋਈ? ਭਾਈ ਸੋਮਾ ਕਹਿਣ ਲੱਗਾ ਮਹਾਰਾਜ ਜੀ 1-2 ਰੁਪਈਆਂ ਦੀ ਵਟਤ ਹੋਈ। ਸਤਿਗੁਰੂ ਕਹਿੰਦੇ ਗੁਰੂ ਨਾਨਕ ਦੇ ਘਰ ਦੀ ਕਾਰ ਸੇਵਾ ਚੱਲਦੀ, ਇਹ ਮਾਇਆ ਸਾਨੂੰ ਦੇ ਦੇ। ਭਾਈ ਸੋਮੇ ਨੇ ਪਾਸ ਜਿੰਨੀ ਮਾਇਆ ਸੀ, ਵਟਤ ਹੋਈ ਸੀ, ਸਤਿਗੁਰਾਂ ਨੂੰ ਦੇ ਦਿੱਤੀ। ਜੋ ਸਤਿਗੁਰਾਂ ਨੂੰ ਦੇ ਦਿੱਤੀ ਨਾ, ਭਾਈ ਸੋਮਾ ਸੋਚਦਾ ਹੈ ਮਨ ਦੇ ਅੰਦਰ, ਹਜੇ ਮੋਹ ਹੈ ਨਾ ਮਨ ਦੇ ਅੰਦਰ, ਪਹਿਲਾ ਦਿਨ ਹੈ। ਕਹਿਣ ਲੱਗਾ ਮੇਰੀ ਮਾਤਾ ਕਹਿੰਦੀ ਕਿ ਉੱਥੇ ਤੈਨੂੰ ਮਾਇਆ ਮਿਲੇਗੀ, ਜਿਹਦੇ ਨਾਲ ਘਰ ਦਾ ਗੁਜ਼ਾਰਾ ਚੱਲੇਗਾ, ਪਰ ਜਿੰਨੀ ਕਿ ਮਾਇਆ ਮਿਲੀ ਸੀ ਉਹ ਮੈਂ ਗੁਰੂ ਨੇ ਦੇ ਦਿੱਤੀ, ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਬੜੇ ਦੁਖੀ ਹੋ ਕਰਕੇ ਭਾਈ ਸੋਮਾ ਜੀ ਘਰ ਵਾਪਸ ਜਾਂਦੇ ਨੇ। ਅਗਲੇ ਦਿਨ ਮਾਤਾ ਫਿਰ ਘੁੰਗਣੀਆਂ ਉਬਾਲ ਕਰਕੇ ਦਿੰਦੀ ਹੈ। ਭਾਵੇਂ ਭਾਈ ਸੋਮੇ ਦਾ ਮਨ ਨਹੀਂ ਕਰਦਾ ਘੁੰਗਣੀਆਂ ਵੇਚਣ ਨੂੰ, ਕਿ ਥੋੜੀ ਮਾਇਆ ਮਿਲੀ ਸੀ ਉਹ ਵੀ ਚਲੀ ਗਈ। ਮਾਤਾ ਕਹਿਣ ਲੱਗੀ ਜਾ ਪੁੱਤਰ, ਗੁਰੂ ਕਿਰਪਾ ਕਰ ਦੇਵੇਗਾ, ਤੂੰ ਜਾ। ਕਿਉਂਕਿ ਮਾਤਾ ਦਾ ਪੁੱਤਰ ਦੇ ਜੀਵਨ ਦੇ ਅੰਦਰ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਮਾਤਾ ਚਾਹੇ ਆਪਣੇ ਪੁੱਤਰ ਨੂੰ ਸੰਤ ਬਣਾ ਸਕਦੀ ਹੈ, ਸੂਰਮਾ ਬਣਾ ਸਕਦੀ ਹੈ, ਮਾਤਾ ਚਾਹੇ ਆਪਣੇ ਪੁੱਤਰ ਨੂੰ ਚੋਰ ਵੀ ਬਣਾ ਸਕਦੀ ਹੈ। ਮਾਤਾ ਦੀ ਸਿੱਖਿਆ ਦਾ ਬਹੁਤਾ ਅਸਰ ਹੁੰਦਾ ਹੈ ਪੁੱਤਰ ਦੇ ਉੱਪਰ। ਭਾਈ ਸੋਮਾ ਅਗਲੇ ਦਿਨ ਚਲਾ ਗਿਆ। ਜਦੋਂ ਅਗਲੇ ਦਿਨ ਚਲਾ ਗਿਆ, ਉਸੇ ਤਰੀਕੇ ਨਾਲ ਘੁੰਗਣੀਆਂ ਵੇਚੀਆਂ। ਸਤਿਗੁਰੂ ਆਏ, ਜਿੰਨੀ ਵਟਤ ਹੋਈ ਸਤਿਗੁਰਾਂ ਨੂੰ ਦੇ ਦਿੱਤੀ। ਮਨ ਫਿਰ ਦੁਖੀ ਹੈ। ਤੀਜੇ ਦਿਨ ਭਾਈ ਸੋਮਾ ਫਿਰ ਜਾਂਦੇ ਨੇ, ਘੁੰਗਣੀਆਂ ਵੇਚਦੇ ਨੇ, ਜੋ ਮਾਇਆ ਹੁੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਭਾਈ ਸੋਮਾ ਆਪ ਚੱਲ ਕਰਕੇ ਗਏ ਤੇ ਜਾ ਕੇ ਕਹਿਣ ਲੱਗੇ ਸਤਿਗੁਰੂ ਇੰਨੀ ਵਟਤ ਹੋਈ, ਗੁਰੂ ਦੇ ਚਰਨਾਂ ਅੰਦਰ ਅਰਪਿਤ ਕਰਨਾ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਖੁਸ਼ ਹੋਏ, ਕਹਿੰਦੇ ਭਾਈ ਸੋਮਿਆ ਅੱਜ ਤੇਰੇ ਹਿਰਦੇ ਦੇ ਅੰਦਰੋਂ ਮਾਇਆ ਦਾ ਮੋਹ ਨਾਸ਼ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋਮੇ ਸ਼ਾਹ ਗੁਰੂ ਕਾ ਸ਼ਾਹ। ਸਤਿਗੁਰਾਂ ਨੇ ਐਸੀ ਬਖਸ਼ ਕਰ ਦੇਣਾ ਕੀਤੀ ਕਿ ਭਾਈ ਸੋਮਿਆ ਤੇਰੇ ਪਾਸ ਭਾਵੇਂ ਥੋੜੀ ਮਾਇਆ ਹੈ, ਪਰ ਤੂੰ ਅੱਜ ਮਨ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਤੇਰੇ ਵਰਗਾ ਸੰਸਾਰ ਤੇ ਕੋਈ ਅਮੀਰ ਨਹੀਂ। ਤੇ ਮਹਾਰਾਜ ਜੀ ਕਹਿਣ ਲੱਗੇ ਸੋਮਿਆ ਸੋਮੇ ਸ਼ਾਹ ਗੁਰੂ ਕਾ ਸ਼ਾਹ, ਤੇਰੇ ਵਰਗਾ ਸ਼ਾਹਾਂ ਦਾ ਸ਼ਾਹ ਨਹੀਂ ਸੰਸਾਰ ਦੇ ਉੱਪਰ। ਤੇ ਸਤਿਗੁਰੂ ਨੇ ਐਸੀ ਬਖਸ਼ ਕਰ ਦੇਣਾ ਕੀਤੀ ਕਿ ਭਾਈ ਸੋਮੇ ਸ਼ਾਹ ਦੀ ਜੋ ਪੀੜ੍ਹੀਆਂ ਦੀ ਗਰੀਬੀ ਸੀ ਉਹ ਕੱਟ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਿਰਪਾ ਕਰਕੇ। ਕਹਿਣ ਲੱਗੇ ਮਹਾਰਾਜ ਜੀ ਕਹਿੰਦੇ ਸੋਮਿਆ ਤੂੰ ਘੁੰਗਣੀਆਂ ਵੇਚਿਆ ਕਰ, ਗੁਰੂ ਨਾਨਕ ਕਿਰਪਾ ਕਰੇਗਾ। ਜਿੱਥੇ ਰੱਬ ਦੀ ਇਬਾਦਤ ਕਰਦਾ ਰਹੇ, ਧੋਖਾ ਨਾ ਕਰੀ ਆਪਣੀ ਕਮਾਈ ਦੇ ਅੰਦਰ।
ਮਰ ਕਰਕੇ ਜਿੱਥੇ ਆਪਣੀ ਕਿਰਤ ਕਰਨੀ ਹੈ ਉੱਥੇ ਚਿੱਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਕਰਕੇ ਰੱਖੀ ਤੇ ਗੁਰੂ ਕਿਰਪਾ ਕਰੇਗਾ, ਤੇਰੀ ਗਰੀਬੀ ਕੱਟ ਦੇਵੇਗਾ। ਐਸੀ ਬਖਸ਼ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਕਰ ਦੇਣਾ। ਐਸੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਜਦੋਂ ਨਾਮ ਰੂਪੀ ਨਿਰਮਲ ਜਿਸ ਤਰੀਕੇ ਦੇ ਨਾਲ ਭਾਈ ਸੋਮੇ ਨੂੰ ਸਤਿਗੁਰਾਂ ਨੇ ਬਖਸ਼ ਕਰ ਦੇਣਾ ਕੀਤਾ, ਜਿਸ ਔਖਦ ਦੇ ਕਰਕੇ ਮੋਹ ਨਾਸ ਹੋ ਗਿਆ। ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਔਖਦ ਮੋਹ ਨੂੰ ਕੱਟਣ ਦੇ ਵਾਸਤੇ ਇਹ ਦਵਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦਰ ਤੋਂ ਸੰਸਾਰ ਦੇ ਜੀਵਾਂ ਨੂੰ ਪ੍ਰਾਪਤ ਹੋ ਸਕਦੀ ਹੈ। ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਮ ਦੀ ਮੋਹਰ ਲਾ ਕਰਕੇ ਅਖੀਰਲੀ ਪੰਕਤੀ ਅੰਦਰ ਬਚਨ ਕਰਦੇ ਨੇ, ਕਹੋ ਨਾਨਕ ਜਿਸ ਮਸਤਕ ਲਿਖਿਆ। ਮਹਾਰਾਜ ਜੀ ਕਹਿੰਦੇ ਮੋਹ ਨੂੰ ਨਾਸ ਕਰਨਾ ਕੋਈ ਸੌਖੀ ਗੱਲ ਨਹੀਂ, ਹੰਕਾਰ ਨੂੰ ਨਾਸ ਕਰਨਾ ਕੋਈ ਸੌਖੀ ਗੱਲ ਨਹੀਂ। ਮਹਾਰਾਜ ਜੀ ਕਹਿੰਦੇ ਜਿਸ ਮਸਤਕ ਲਿਖਿਆ, ਜਿਨ੍ਹਾਂ ਦੇ ਕਰਮਾਂ ਦੇ ਅੰਦਰ, ਜਿਨ੍ਹਾਂ ਦੇ ਭਾਗਾਂ ਦੇ ਅੰਦਰ ਗੁਰੂ ਨੇ ਮੋਹ ਨੂੰ ਨਾਸ ਕਰਨ ਦੀ ਸਮਰੱਥਾ ਦੇਣਾ ਕੀਤੀ, ਤੇ ਮਹਾਰਾਜ ਜੀ ਤਿਸ ਗੁਰਮਿਲ ਰੋਗ ਬਦਾਰੀ। ਉਹਨਾਂ ਨੂੰ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕੇ ਪ੍ਰਸਾਦ। ਐਸੇ ਗੁਰੂ ਦਾ ਮਿਲਾਪ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਗੁਰੂ ਦੇ ਮਿਲਾਪ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਕੀਤੇ ਹੋਏ ਕਰਮ ਜਾਗ ਪਰੇ। ਮਹਾਰਾਜ ਜੀ ਕਹਿੰਦੇ ਜਿਸ ਮਸਤਕ ਲਿਖਿਆ, ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਦੇ ਵੱਡੇ ਭਾਗਾਂ ਕਰਕੇ ਉਹਨਾਂ ਦਾ ਮੋਹ ਦਾ ਰੋਗ ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਜੀ ਕਹਿੰਦੇ ਨਿਵਾਰਨ ਕਰਨਾ ਕੀਤਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮੋਹ ਦਾ ਰੋਗ, ਹਉਮੈ ਦਾ ਰੋਗ, ਇਹ ਗੁਰੂ ਹੀ ਕੱਟਣ ਦੀ ਸਮਰੱਥਾ ਰੱਖਦਾ ਹੈ। ਗੁਰੂ ਵਰਗਾ ਸੰਸਾਰ ਤੇ ਕੋਈ ਵੈਦ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੁੰਦਾ। ਐਸਾ ਗੁਰੂ ਸੰਸਾਰ ਦੇ ਜੀਵਾਂ ਦੇ ਰੋਗਾਂ ਨੂੰ ਕੱਟਣ ਦਾ ਵੈਦ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਨਾਮ ਨੂੰ ਜਪਣ ਕਰਕੇ, ਨਾਮ ਰੂਪੀ ਦਵਾਈ ਨੂੰ ਗ੍ਰਹਿਣ ਕਰਕੇ, ਗੁਰੂ ਦੇ ਚਰਨਾਂ ਨਾਲ ਜੁੜ ਕਰਕੇ, ਅੰਮ੍ਰਿਤ ਵੇਲੇ ਨੂੰ ਸਾਂਭ ਕਰਕੇ, ਬਾਣੀ ਬਾਣੀ ਦੇ ਧਾਰਨੀ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਏ ਤਾਂ ਸੰਸਾਰ ਦੇ ਜੀਵਾਂ ਦੇ ਜਿਹੜੇ ਰੋਗ ਨੇ ਉਹ ਕੱਟੇ ਜਾਣਗੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਸੰਸਾਰ ਦੇ ਜੀਵਾਂ ਨੂੰ ਸੁੱਖਾਂ ਦੀ ਪ੍ਰਾਪਤੀ ਗੁਰੂ ਦੇ ਪਾਸੋਂ ਹੋ ਸਕਦੀ ਹੈ। ਐਸਾ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅੱਜ ਦੇ ਇਸ ਪਾਵਨ ਪਿੱਤਰ ਸ਼ਬਦ ਦੇ ਰਾਹੀਂ ਦੇਣਾ ਕੀਤਾ, ਜਿਹੜਾ ਸ਼ਬਦ 616 ਅੰਗ ਤੇ ਸੁਭਾਏਮਾਨ ਹੈ। ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਜੋਗੇ ਬਖਸ਼ ਲੈਣਾ ਜੀ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਆਓ ਅਖੀਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲ ਰੋਗ ਬਿਦਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।